ਉਹ ਪਹਿਲੇ ਅੱਲਾ ਦਾ ਵਾਸਤਾ ਭਰਾਵੋ, ਡੰਕੀ ਨਾ ਲਾਵੋ। ਹੋਰ ਵੀ ਬੜੇ ਤਰੀਕੇ ਨੇ, ਉਸ ਤਰੀਕੇ ਨਾਲ ਤੁਸੀਂ ਬਾਹਰ ਜਾਓ। ਅਗਰ ਤੁਸੀਂ ਟੁਰ ਵੀ ਜਾਂਦੇ ਹੋ ਨਾ, ਤੇ ਇਹ ਵੇਖ ਲਓ, ਇਹ ਭਾਈ ਬਾਹਰ ਬੈਠੇ ਨੇ, ਤੁਹਾਨੂੰ ਦੱਸ ਰਹੇ ਨੇ ਕਿ ਵੀ ਕਿਹੋ ਜਿਹੀਆਂ ਮੁਸ਼ਕਿਲਾਤ ਨੇ ਉੱਥੇ। ਕੋਈ ਐ ਨਹੀਂ ਸੜਕਾਂ ਦੇ ਪੈਸੇ ਨਹੀਂ ਪਏ ਹੋਏ ਜਿਹੜੇ ਤੁਸੀਂ ਫੜ ਕੇ ਜੇਬਾਂ 'ਚ ਪਾ ਲੈਣੇ ਨੇ। ਮਾਂ ਸਾਹਿਬ ਤੁਸੀਂ ਬਿਲਕੁਲ ਦੱਸਿਆ ਕਿ ਵੀ ਕੀ ਸਿਚੁਏਸ਼ਨ ਹੁੰਦੀ ਹੈ ਇੱਥੇ ਯੂਰਪ 'ਚ ਆਉਣ ਤੋਂ ਬਾਅਦ, ਸਟੈਪ ਬਾਏ ਸਟੈਪ। ਤੇ ਤੁਸੀਂ ਨਾ ਇੱਕ ਪੈਗਾਮ ਉਹ ਲੋਕਾਂ ਨੂੰ ਵੀ ਦਵੋ ਜਿਹੜੇ ਯੂਰਪ ਕਿਸੇ ਤਰੀਕੇ ਪਹੁੰਚ ਗਏ ਨੇ, ਲੀਗਲ ਇਲੀਗਲ ਪਹੁੰਚ ਗਏ ਨੇ, ਉੱਥੇ ਕੰਮ ਕਰਦੇ ਪਏ ਨੇ, ਪੜ੍ਹਦੇ ਪਏ ਨੇ, ਕੁਝ ਵੀ ਕਰਦੇ ਪਏ ਨੇ। ਉਹਨਾਂ ਦੇ ਪਿੱਛੇ ਜਿਹੜੇ ਨੇ ਘਰ ਵਾਲੇ, ਤੇ ਇੱਥੇ ਇਹਨਾਂ ਨੂੰ ਜਿਹੜੇ ਲੋਕ ਸ਼ੋਅ ਆਫ ਕਰਾਉਂਦੇ ਨੇ। ਕਿਉਂਕਿ ਸਭ ਨੂੰ ਵੱਡੀ ਵਜ੍ਹਾ ਜਿਹੜੀ ਹੈ ਨਾ, ਕਿਉਂਕਿ ਉਹ ਵਹਿੰਦੇ ਪਿੱਛੇ ਉਹ ਫਲਾਣੇ ਦਾ ਮੁੰਡਾ ਗਿਆ ਸੀ, ਉਹਨੇ ਏਡੀ ਵੱਡੀ ਕੋਠੀ ਪਾ ਲਈ, ਉਹਨੇ ਘੋੜਿਆਂ ਦਾ ਅਸਤਬਲ ਬਣਾ ਲਿਆ, ਠੀਕ ਹੈ। ਉਹ ਆਂਦਾ ਵੇ 5 ਗੱਡੀਆਂ ਉਹਦੇ ਨਾਲ ਹੁੰਦੀਆਂ ਨੇ। ਤੇ ਇਹ ਜਿਹੜੇ ਲੋਕ ਸ਼ੋਅ ਆਫ ਕਰਵਾਉਂਦੇ ਨੇ, ਇੱਕ ਉੱਥੇ ਬਹਿ ਕੇ ਜਿਹੜਾ ਕੁਝ ਕਰਵਾਉਂਦੇ ਨੇ ਕਿ ਭਈ ਇੱਥੇ ਤੇ ਪਤਾ ਨਹੀਂ ਅਸੀਂ ਕੀ, ਭਾਵੇਂ ਇੱਥੇ ਬਾਜ਼ਾਰਾਂ 'ਚ ਝਾੜੂ ਮਾਰਦੇ ਹੋਣ, ਤੇ ਉੱਥੇ ਵਹਾਨ ਦੇ ਕੇ ਭਈ ਅਸੀਂ ਪਤਾ ਨਹੀਂ ਬਿਲਕੁਲ ਬੜੇ ਵੱਡੇ ਨਵਾਬ ਲੱਗੇ ਆ ਯੂਰਪ 'ਚ, ਠੀਕ ਹੈ। ਉਹ ਬੰਦਿਆਂ ਲਈ ਪੈਗਾਮ ਦਵੋ। ਤੇ ਫਿਰ ਜਿਹੜੇ ਪਿੱਛੇ ਜਿਹੜੇ ਪਾਕਿਸਤਾਨ ਲੋਕਾਂ ਨੂੰ ਵਹਾਉਂਦੇ ਨੇ ਕਿ ਭਈ ਇਹ ਸਾਡੇ ਕੋਲ ਤਾਂ ਪਤਾ ਨਹੀਂ ਬਹੁਤ ਰੁਪਈਆ ਆ ਗਿਆ, ਤੇ ਤੁਸੀਂ ਵੀ ਨਿਕਲੋ ਯੂਰਪ, ਤੇ ਉੱਥੇ ਬਹਿੰਦੇ ਪਏ ਨੇ ਪੈਸੇ, ਤੇ ਫੜ ਲਿਓ। ਇਹ ਜਰਾ ਪੈਗਾਮ ਦੇਣਾ ਚਾਹੀਦਾ ਕਿ ਭਈ ਯਾ ਇਹ ਵਾਲਾ ਹਿਸਾਬ ਨਹੀਂ ਹੈ। ਸ਼ੋ ਆਫ ਜਿਹੜਾ ਕਰਾਉਂਦੇ ਨੇ ਨਾ, ਇਹਨਾਂ ਨੂੰ ਜਰਾ ਦੇਖੋ ਪੈਗਾਮ ਜੀ ਤੁਸੀਂ ਦਿਓ ਹਾਂ ਜਰਾ, ਦੋਵਾਂ ਪਾਸਿਓਂ, ਜਿਹੜੇ ਪਾਕਿਸਤਾਨ ਆ ਕੇ ਵੀ ਕਰਦੇ ਨੇ ਸਲੀਮ ਜਾਂ ਉੱਥੇ ਭਾਈ, ਬਹਿ ਕੇ ਵੀ ਲੱਗੇ ਜਿਹੜੇ ਨੇ। ਬੰਦੇ ਜਿਹੜੇ ਬੰਦੇ ਤੇ ਇੱਥੇ ਨੇ ਨਾ ਯੂਰਪ ਚ ਪਾਕਿਸਤਾਨੀ, ਜਿਨ੍ਹਾਂ ਨੇ ਇੱਕ ਚਲੋ ਕਿ ਆਪਣੀ ਅੱਛੀ ਲਾਈਫ ਸਟਾਰਟ ਕਰ ਲਈ ਹੈ, ਪੈਸੇ ਕਮਾਉਣ ਲੱਗ ਪਏ ਨੇ, ਉਹ ਜਿਸ ਤਰ੍ਹਾਂ ਵੀ ਕਮਾਉਂਦੇ ਨੇ ਪਏ, ਮਜ਼ਦੂਰੀ ਕਰਦੇ ਨੇ ਪਏ, ਜੋ ਵੀ, ਸਾਨੂੰ ਉਹਦੇ ਤੇ ਇਤਰਾਜ਼ ਨਹੀਂ। ਜਿਸ ਤਰ੍ਹਾਂ ਵੀ ਉਹ ਰੋਜ਼ੀ ਕਮਾਉਂਦੇ ਨੇ ਪਏ, ਉਹਨਾਂ ਦਾ ਰਾਈਟ ਬਣਦਾ। ਲੇਕਿਨ ਇਸ ਚੀਜ਼ ਨੂੰ ਤੇ ਸਾਡਾ ਦੀਨ ਵੀ ਠੀਕ ਨਹੀਂ ਕਹਿੰਦਾ ਹੈ ਵੀ ਕਿ ਤੁਹਾਡੇ ਕੋਲ ਅਗਰ ਕੋਈ ਚੀਜ਼ ਆ ਗਈ ਹੈ ਤੇ ਤੁਸੀਂ ਉਹਨੂੰ ਸ਼ੋਅ ਆਫ ਕਰਵਾਓ ਲੋਕਾਂ ਨੂੰ ਸਾੜਨ ਵਾਸਤੇ। ਇਹ ਸਿਰਫ ਵਜ੍ਹਾ ਇਹ ਹੁੰਦੀ ਹੈ ਕਿ ਸਾਡੇ ਜ਼ਿਹਨ 'ਚ ਇਹ ਹੁੰਦਾ ਹੈ ਕਿ ਅਸੀਂ ਸ਼ਰੀਕਾਂ ਨੂੰ ਵਹਾਉਂਦੇ ਹਾਂ ਪਏ, ਅਸੀਂ ਪਿੱਛੇ ਆਪਣੇ ਬੰਦਿਆਂ ਨੂੰ, ਜੀਆਂ ਨੂੰ ਵਹਾਉਂਦੇ ਹਾਂ ਪਏ ਕਿ ਅਸੀਂ ਬੜਾ ਕੁਝ ਅਚੀਵ ਕਰ ਲਿਆ, ਤੇ ਇਹ ਵੇਖੋ ਅਸੀਂ ਗੱਡੀਆਂ 'ਚ ਫਿਰਨੇ ਆ ਪਏ, ਤੇ ਇਹ ਵੇਖੋ ਜੀ ਅਸੀਂ ਗੋਰਿਆਂ ਦੇ ਵਿੱਚ ਰਹਿੰਦੇ ਆ ਪਏ। ਇਹ ਪਾਕਿਸਤਾਨੀਆਂ ਵਾਸਤੇ ਭਾਜੀ ਪੈਗਾਮ ਇਹ ਹੀ ਹੈ ਕਿ ਇਸ ਚੀਜ਼ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਵੀ ਕਿੰਨੀ ਕੁ ਦੇਰ ਤੁਸੀਂ ਲੋਕਾਂ ਨੇ ਸ਼ੋਅ ਆਫ ਕਰਾ ਕੇ ਤੇ ਆਪਣੇ ਆਪ ਨੂੰ ਸੈਟੀਸਫਾਈ ਕਰ ਲੋਗੇ। 2-4 ਸਾਲ 5 ਸਾਲ ਇੱਕ ਸਟੇਜ ਲਾਈਫ ਦੀ ਆਉਣੀ ਹੈ, ਤੁਹਾਨੂੰ ਲੱਗਣਾ ਕਿ ਇਹ ਤਾਂ ਯਾਰ ਸਾਰੇ ਕੰਮ ਅਸੀਂ ਬੇਕਾਰ ਕਰਦੇ ਰਹੇ, ਇਹਨਾਂ ਦਾ ਤੇ ਕੋਈ ਫਾਇਦਾ ਨਹੀਂ ਹੈ ਵੀ। ਸਾਨੂੰ ਯਕੀਨ ਕਰੋ ਕੋਈ ਫਾਇਦਾ ਨਹੀਂ ਯਾਰ। ਤੁਹਾਡੇ ਕੋਲ ਪੈਸਾ ਆ ਗਿਆ, ਕਿਆ ਤੁਸੀਂ ਉਹ ਦੁਨੀਆ ਪੂਰੀ ਦੇ ਵਿੱਚ ਜਿਹਦੇ ਕੋਲ ਪੈਸਾ ਹੈ, ਕਿਸੇ ਹੋਰ ਕੋਲ ਪੈਸਾ ਨਹੀਂ ਹੈ ਵੀ। ਔਰ ਫਿਰ ਜ਼ਾਹਰੀ ਬਾਤ ਹੈ ਤੁਸੀਂ ਜਿਨ੍ਹਾਂ ਨੂੰ ਵਿਖਾਉਂਦੇ ਹੋ ਪਏ ਉਹ ਬੰਦੇ ਤੁਹਾਡੇ ਨਾਲੋਂ ਘੱਟ ਪੈਸੇ ਵਾਲੇ ਨੇ, ਗਰੀਬ ਨੇ। ਤੁਸੀਂ ਮੈਨੂੰ ਦੱਸੋ ਕਿਹੜਾ ਬਾਸ਼ਊਰ ਬੰਦਾ ਇਸ ਚੀਜ਼ ਨੂੰ ਠੀਕ ਸਮਝੇਗਾ ਕਿ ਤੁਸੀਂ ਗਰੀਬ ਬੰਦਿਆਂ ਨੂੰ ਸਾੜਨ ਵਾਸਤੇ, ਉਹਨਾਂ ਦੇ ਦਿਲ 'ਚ ਅੱਗ ਲਾਉਣ ਵਾਸਤੇ ਆਪਣੇ ਪੈਸੇ ਨੂੰ ਸ਼ੋਅ ਆਫ ਕਰਵਾਓ। ਤੁਹਾਡਾ ਪੈਸਾ ਤੁਹਾਡੀਆਂ ਜ਼ਰੂਰਤਾਂ ਵਾਸਤੇ ਹੁੰਦਾ ਹੈ, ਤੁਹਾਡਾ ਪੈਸਾ ਤੁਹਾਡੀ ਔਲਾਦ ਦੇ ਅੱਛੇ ਮੁਸਤਕਬਲ ਵਾਸਤੇ ਹੁੰਦਾ ਹੈ, ਲੋਕਾਂ ਨੂੰ ਸ਼ੋਅ ਆਫ ਕਰਵਾਉਣ ਵਾਸਤੇ ਨਹੀਂ ਹੁੰਦਾ। ਵਿਆਹਾਂ ਸ਼ਾਦੀਆਂ ਤੇ ਕਰੋੜਾਂ ਅਰਬਾਂ ਰੁਪਏ ਤੁਸੀਂ ਲਾ ਦਿੰਦੇ ਹੋ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ। ਇਹ ਬਾਹਰ ਦੇ ਬੰਦੇ ਯੂਰਪਾਂ ਦੇ ਜਿਹੜੇ ਪਾਕਿਸਤਾਨ ਜਾ ਕੇ ਵਿਆਹ ਕਰਦੇ ਨੇ ਤੇ ਪੈਸੇ ਡਾਂਦੇ ਨੇ ਫਿਰ ਵੀਡੀਓਜ਼ ਬਣਾ ਕੇ, ਯਾਰ ਉਸ ਹੈਲੀਕਾਪਟਰ ਤੇ ਬੰਦੇ ਦਾ ਜਾ ਕੀ ਰਹੇ ਨੇ, ਕਸੂਰ ਹੈ ਜਿਹਦੇ ਹੈਲੀਕਾਪਟਰ ਤੇ ਜਾ ਰਹੇ ਨੇ, ਫੋਨ ਸੁੱਟ ਰਹੇ ਨੇ। ਇਹ ਬਾਹਰ ਵਾਲੇ ਹੀ ਹੁੰਦੇ ਨੇ ਸਾਰੇ। ਯਾ ਬਿਲਕੁਲ ਇਹ ਜਹਾਲਤ ਹੈ ਨਾ ਸਰ। ਯਾਰ ਮੈਨੂੰ ਦੱਸੋ ਪਾਕਿਸਤਾਨ ਦੇ ਵਿੱਚ ਬੜਾ ਬੜਾ ਤਰਨਾਟ ਅਮੀਰ ਬੰਦਾ ਹੈ, ਮਲਕ ਰਿਆਜ਼ ਅਰੀ ਹੋ ਗਏ, ਯਾਰ ਮੀਆਂ ਮਨਸ਼ਾ ਅਰੀ ਹੋ ਗਏ, ਭਾਵੇਂ ਸਾਨੂੰ ਜੋ ਵੀ ਇਹਨਾਂ ਨਾਲ ਇਖਤਲਾਫ ਹੋਵੇ, ਜਿਹੜੇ ਜੱਦੀ ਪੁਸ਼ਤੀ ਅਮੀਰ ਬੰਦੇ ਨੇ, ਤੁਹਾਨੂੰ ਨਜ਼ਰ ਆਉਂਦਾ ਹੈ ਕਿ ਇਹ ਆਪਣਾ ਜਨਾਬ ਇੰਜ ਸ਼ਾਦੀਆਂ ਦੇ ਉੱਤੇ ਹਜ਼ਾਰਾਂ ਕਰੋੜਾਂ ਰੁਪਏ ਲੁਟਾਉਂਦੇ ਹੋਣ? ਇਹ ਉਹ ਹੀ ਬੰਦਾ ਕਰਦਾ ਜਿਹਦੇ ਕੋਲ ਨਵਾਂ ਨਵਾਂ ਪੈਸਾ ਆਉਂਦਾ ਹੈ। ਫਿਰ ਮੈਨੂੰ ਦੱਸੋ ਇੱਥੇ ਤੁਸੀਂ ਯਾਰ ਮਜ਼ਦੂਰੀ ਕਰਦੇ ਹੋ ਪਏ, ਇੱਥੇ ਤੁਸੀਂ ਬੇਲਚਾ ਫੜੇ ਆ, ਤੇ ਪਾਕਿਸਤਾਨ ਜਾ ਕੇ ਜਨਾਬ ਤੁਹਾਡੀ ਕਾਟਨ ਨੂੰ ਕੱਟ ਨਹੀਂ ਪੈਂਦਾ ਹੈ ਵੀ, ਤੇ ਤੁਹਾਡੀ ਜਨਾਬ ਪੈਰ ਜਿਹੜਾ ਜ਼ਮੀਨ ਤੇ ਨਹੀਂ ਲੱਗਦੇ ਹੈ। ਤੁਸੀਂ ਫਿਰ ਉਹ ਹੀ ਚੀਜ਼ ਦੱਸੋ ਨਾ ਪਾਕਿਸਤਾਨ 'ਚ ਵੀ ਜਾ ਕੇ ਜੋ ਤੁਸੀਂ ਇੱਥੇ ਹੋ। ਇੱਥੇ ਤੁਸੀਂ ਜਨਾਬ ਅੱਲਾ ਮਾਫ ਕਰੇ ਜਿਹੜੇ ਜਿਹੜੇ ਤੁਸੀਂ ਕੰਮ ਤੇ ਕਰਦੇ, ਹੁਣ ਮੈਂ ਦੱਸਣਾ ਨਹੀਂ ਚਾਹੁੰਦਾ ਹੈ ਵੀ, ਤੇ ਪਾਕਿਸਤਾਨ 'ਚ ਜਾ ਕੇ ਤੁਸੀਂ ਫਿਰ ਇਹ 2 ਨੰਬਰੀ ਤੇ ਇਹ ਮੁਨਾਫਕਤ ਨਾ ਕਰੋ। ਅੱਲਾਹ ਤਾਲਾ ਨੇ ਜਿਹੜਾ ਤੁਹਾਨੂੰ ਦਿੱਤੇ ਹੈ ਰਿਜ਼ਕ, ਉਹਦੇ ਤੇ ਸ਼ੁਕਰ ਅਦਾ ਕਰੋ, ਆਪਣੀ ਜ਼ਰੂਰਤ ਦਾ ਇਸਤੇਮਾਲ ਕਰੋ। ਹਾਂ ਕਿਸੇ ਭੈਣ ਭਰਾ ਦੀ, ਕਿਸੇ ਗਰੀਬ ਦੇ ਪਿੱਛੇ ਮਦਦ ਕਰ ਸਕਦੇ ਹੋ ਯਾਰ, ਉਹਦੇ ਹਾਲਾਤ ਬਦਲਣ 'ਚ, ਉਹਦੇ ਰੋਜ਼ਗਾਰ 'ਚ, ਤੇ ਉਹ ਤੁਸੀਂ ਕਰੋ, ਠੀਕ ਹੈ। ਸ਼ੋਅ ਆਫ ਕਰਵਾਉਣ ਨਾਲ ਸਿਰਫ ਤੁਸੀਂ ਆਪਣੀ ਦਿਲੀ ਤਸਕੀਨ ਤੇ ਲੈ ਲੈਂਦੇ ਹੋ, ਲੇਕਿਨ ਜਿਹੜੇ ਘਰ ਤੁਸੀਂ ਉਜਾੜਦੇ ਹੋ ਨਾ, ਜਿਹਨੂੰ ਤੁਹਾਨੂੰ ਵੇਖ ਕੇ ਜਿਹੜੇ ਇਹ ਟੰਕੀਆਂ ਲਾਉਂਦੇ ਨੇ, ਇਹ ਤੁਹਾਡੇ ਤੇ ਹੀ ਇਸ ਚੀਜ਼ ਦਾ ਜ਼ਿੰਮਾ ਹੁੰਦਾ। ਦੂਜਾ ਜਿਹੜੇ ਪਾਕਿਸਤਾਨ 'ਚ ਸਲੀਮਾ ਹੀ ਬੰਦੇ ਨੇ, ਜਿਹੜੇ ਇਹਨਾਂ ਨੂੰ ਵੇਖ ਕੇ ਤੇ ਸਮਝ ਲੈਂਦੇ ਨੇ ਵੀ ਇਹ ਹੀ ਜ਼ਿੰਦਗੀ ਹੈ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਇਸ ਜ਼ਿੰਦਗੀ ਨੂੰ ਅਚੀਵ ਕਰਨ ਵਾਸਤੇ ਜਿਹੜਾ ਰਸਤਾ ਅਪਣਾ ਰਹੇ ਹਾਂ, ਕਿਆ ਉਹ ਰਸਤਾ ਠੀਕ ਹੈ? ਹੁਣ ਮੇਰਾ ਇਤਰਾਜ਼ ਇਹ ਨਹੀਂ ਹੈ ਵੀ ਕਿ ਤੁਸੀਂ ਬਾਹਰ ਨਾ ਆਵੋ, ਆਓ 100 ਬਿਸਮਿਲ੍ਲਾ ਆਵੋ,
ਲੇਕਿਨ ਕਾਨੂੰਨੀ ਤਰੀਕੇ ਨਾਲ ਆਵੋ। ਕਾਨੂੰਨੀ ਤਰੀਕਾ ਸਟੂਡੈਂਟ ਵੀਜ਼ਾ ਵੀ ਹੋ ਸਕਦਾ ਹੈ, ਕਾਨੂੰਨੀ ਤਰੀਕਾ ਵਰਕ ਪਰਮਿਟ ਵੀ ਹੋ ਸਕਦਾ ਹੈ, ਠੀਕ ਹੈ। ਕਾਨੂੰਨੀ ਤਰੀਕਾ ਕੋਈ ਅਰਬ ਕੰਟਰੀ ਵੀ ਹੋ ਸਕਦਾ ਹੈ ਜਿੱਥੇ ਤੁਹਾਨੂੰ ਜੌਬ ਮਿਲਦੀ ਹੈ। ਇਹ ਯੂਰਪ ਦੇ ਟੈਕੇ ਵਾਸਤੇ ਨਾ ਆਵੋ। ਮੇਰੀਆਂ ਵੀਡੀਓਜ਼ ਥੱਲੇ ਅਰਬਾਂ ਮੁਲਕਾਂ ਦੇ ਲੋਕ ਕਮੈਂਟ ਕਰਦੇ ਪਏ ਹੁੰਦੇ ਨੇ, ਜਿਹੜੇ ਉੱਥੋਂ 70 ਲੱਖ 80 ਲੱਖ ਦੇ ਕੇ ਯੂਰਪ ਆਉਂਦੇ ਨੇ, ਆਂਦੇ ਨੇ ਅਸੀਂ ਗਲਤੀ ਕਰ ਲਈ, ਅਸੀਂ ਕਿੱਥੇ ਆ ਕੇ ਫਸ ਗਏ ਆ। ਕਿਉਂਕਿ ਇੱਥੇ ਦੀ ਲਾਈਫ 'ਚ ਔਰ ਜਿਹੜਾ ਬੰਦਾ ਜਿਹਦੇ ਕੋਲ ਥੋੜਾ ਪੈਸਾ ਹੈ ਨਾ, ਔਰ ਪਾਕਿਸਤਾਨ 'ਚ ਰਹਿ ਰਿਹਾ ਜਾਂ ਯੂਰਪ 'ਚ ਅਰਬ ਮੁਲਕ 'ਚ ਰਹਿ ਰਿਹਾ, ਉਹ ਉਸ ਲਾਈਫ 'ਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ। ਬਹਰਹਾਲ ਪੁਆਇੰਟ ਤੇ ਵਾਪਸ ਆਉਂਦੇ ਆ, ਇਹ ਚੀਜ਼ ਵੇਖ ਕੇ ਤੁਸੀਂ ਨਾ ਆਵੋ ਔਰ ਨਾ ਆਪਣੇ ਜ਼ਿਹਨ 'ਚ ਇਹ ਜ਼ਿੰਦਗੀ ਬਿਠਾਓ ਕਿ ਬਈ ਉੱਥੇ ਜਾ ਕੇ ਤੇ ਬੜੀਆਂ ਅਯਾਸ਼ੀਆਂ ਨੇ। ਕੋਈ ਅਯਾਸ਼ੀਆਂ ਨਹੀਂ, ਬਹੁਤ ਹੀ ਘਟੀਆ ਲਾਈਫ ਗੁਜ਼ਾਰ ਕੇ ਤੇ ਤੁਸੀਂ ਕੋਈ ਸਕੂਨ ਲੈਣਾ ਹੈ। ਔਰ ਜਦੋਂ ਸਕੂਨ ਲੈਣ ਦਾ ਟਾਈਮ ਆਉਣਾ ਹੈ, ਤੁਸੀਂ ਆਵਾਮ ਨੂੰ ਆਪਣਾ ਪੈਸਾ ਸ਼ੋ ਆਫ ਕਰਵਾਉਣਾ ਸ਼ੁਰੂ ਕਰ ਦੇਣਾ ਹੈ। ਸਾਰਿਆਂ ਦੀ ਇਹ ਹਿਸਟਰੀ 90% ਯੂਰਪ 'ਚ ਗੈਰ ਕਾਨੂੰਨੀ ਲੋਕ ਆਏ ਨੇ, 15 20 ਸਾਲ ਹੋ ਗਏ ਨੇ, ਅੱਜ ਜਾ ਕੇ ਕੋਈ ਚੀਜ਼ ਅਚੀਵ ਕੀਤੀ ਹੈ ਤੇ ਪਾਕਿਸਤਾਨੀਆਂ ਨੂੰ ਪਿੱਛੇ ਵਹਾ ਕੇ ਤੇ ਆਪਣੇ ਦਿਲ ਨੂੰ ਇਹਨਾਂ ਨੇ ਤਸਕੀਨ ਦੇਣੀ ਹੁੰਦੀ ਹੈ। ਹਾਂ, ਲੀਗਲ ਤਰੀਕੇ ਨਾਲ ਤੁਸੀਂ ਬਾਹਰ ਆਓ। ਅੱਛਾ, ਜੇ ਫਰਜ਼ ਕਰੋ ਕੋਈ ਲੀਗਲ ਤਰੀਕਾ ਨਹੀਂ ਹੈ ਵੀ, ਤੇ ਫਿਰ ਵੀ ਤੁਹਾਨੂੰ ਉਚਕਲ ਆਉਂਦੀ ਵੀ ਬਾਹਰ ਆਉਣੀ ਦੀ, ਤੇ ਫਿਰ ਇਸ ਜ਼ਿੰਦਗੀ ਵਾਸਤੇ ਤਿਆਰ ਰਹੋ। ਬਿਲਕੁਲ ਅਸੀਂ ਇਸ ਚੀਜ਼ ਤੇ ਐਗਰੀ ਨਹੀਂ ਕਰਦੇ ਕਿ ਤੁਸੀਂ ਆਓ ਇਸ ਤਰੀਕੇ ਨਾਲ, ਲੇਕਿਨ ਜੇ ਆਉਣਾ ਜੇ ਤੇ ਫਿਰ ਇਹ ਸਿਚੁਏਸ਼ਨ ਤੁਹਾਨੂੰ ਫੇਸ ਕਰਨੀ ਪਵੇਗੀ। ਹਾਂ, ਕੋਈ ਰਸਤਾ ਨਹੀਂ ਹੈ ਵੀ, ਤੇ ਫਿਰ ਮੇਰਾ ਭਰਾ ਜਿੱਥੇ ਹੈ ਉਹ ਉੱਥੇ ਕੋਈ ਤੇ ਕਰੋ ਨਾ। ਸਾਡੇ ਜ਼ਿਆਦਾ ਲੋਕ ਤਾਂ ਵੀ ਸਮੀਲੀ ਬਾਈ ਬਾਹਰ ਆਉਂਦੇ ਨੇ ਕਿ ਪਾਕਿਸਤਾਨ ਚੋਂ ਕੱਖ ਕਰਦੇ ਵੀ ਨਹੀਂ। ਆਪਣੇ ਇਲਾਕੇ ਦੀ ਮੈਂ ਗੱਲ ਕਰਨਾ, ਟੱਬਰਾਂ ਦੇ ਟੱਬਰ ਸਾਡੇ ਲੋਕਾਂ ਦੇ ਵਿਹਲੇ ਨੇ, ਬਿਲਕੁਲ ਕਰਦੇ ਹੀ ਕੱਖ ਨਹੀਂ। ਜ਼ੇਨ ਇਹ ਬਣਾਇਆ ਬਾਬਾ ਠੀਕ ਹੈ, ਟੁਰ ਜਾਣਾ 2-4 ਸਾਲਾਂ ਨੂੰ ਬਾਹਰ ਟੁਰ ਜਾਣਾ। ਯਾਰ ਜਦੋਂ ਜਾਣਾ ਟੁਰ ਜਾਈਓ, ਜਾਂ ਤੁਹਾਡੇ ਕੋਲ ਜਾਣ ਦਾ ਕੋਈ ਰਸਤਾ ਨਹੀਂ, ਜਿੰਨਾ ਚਿਰ ਉੱਥੇ ਕੁਝ ਤੇ ਕਰਨ ਨਾ, ਉਹ ਕੱਖ ਭੰਨ ਕੇ ਦੋਹਰਾ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਯਾਰ ਕਿ ਮਿਹਨਤ ਜਿਹੜੀ ਹੁੰਦੀ ਹੈ, ਭਾਵੇਂ ਪਾਕਿਸਤਾਨ 'ਚ ਹੋਵੇ ਭਾਵੇਂ ਬਾਹਰ ਹੋਵੇ, ਉਹ ਮਿਹਨਤ ਹੀ ਹੁੰਦੀ ਹੈ। ਬਾਹਰ ਆ ਕੇ ਬਗੈਰ ਮਿਹਨਤ ਤੋਂ ਪੈਸੇ ਨਹੀਂ ਲੱਭਦੇ ਆ। ਬਿਲਕੁਲ ਬਿਲਕੁਲ ਜੀ ਮਾਂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਬਿਲਕੁਲ ਚਾਨਣ ਵਰਗਾ ਦਿਖਾ ਦਿੱਤਾ ਹੈ। ਜਿਹੜੇ ਲੋਕੀ ਬਾਹਰ ਆਣਾ ਚਾਹੁੰਦੇ ਨੇ ਕਿ ਵੀ ਕਿੰਨੀਆਂ ਮੁਸ਼ਕਿਲਾਤ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ, ਕਿਸ ਤਰ੍ਹਾਂ ਆ ਸਕਦੇ ਨੇ, ਲੀਗਲ ਵੇ ਵੀ ਤੁਸੀਂ ਦੱਸ ਦਿੱਤਾ ਹੈ। ਫਿਰ ਅਗਰ ਡੰਕੀ ਲਾ ਕੇ ਜਿਹੜੇ ਆ ਜਾਂਦੇ ਨੇ ਉਹਨਾਂ ਨੂੰ ਉਸ ਤੋਂ ਬਾਅਦ ਕੀ ਮੁਸ਼ਕਿਲਾਤ ਸਾਹਮਣੇ ਆਉਂਦੀਆਂ ਉਹ ਵੀ ਤੁਸੀਂ ਦੱਸ ਦਿੱਤਾ। ਤੇ ਉਹ ਲੋਕ ਜਿਹੜੇ ਬੈਠੇ ਨੇ ਡੰਕੀ ਲਾ ਕੇ ਜਾਣਾ ਚਾਹੁੰਦੇ ਨੇ, ਉਹ ਪਹਿਲੇ ਅੱਲਾ ਦਾ ਵਾਸਤਾ ਭਰਾਵੋ ਡੰਕੀ ਨਾ ਲਾਵੋ। ਹੋਰ ਵੀ ਬੜੇ ਤਰੀਕੇ ਨੇ, ਉਸ ਤਰੀਕੇ ਨਾਲ ਤੁਸੀਂ ਬਾਹਰ ਜਾਓ। ਅਗਰ ਤੁਸੀਂ ਟੁਰ ਵੀ ਜਾਂਦੇ ਹੋ ਨਾ, ਤੇ ਇਹ ਵੇਖ ਲਓ ਇਹ ਭਾਈ ਬਾਹਰ ਬੈਠੇ ਨੇ, ਤੁਹਾਨੂੰ ਦੱਸ ਰਹੇ ਨੇ ਕਿ ਵੀ ਕਿਹੋ ਜਿਹੀਆਂ ਮੁਸ਼ਕਿਲਾਤ ਨੇ ਉੱਥੇ। ਕੋਈ ਐ ਨਹੀਂ ਸੜਕਾਂ ਦੇ ਪੈਸੇ ਨਹੀਂ ਪਏ ਹੋਏ ਜਿਹੜੇ ਤੁਸੀਂ ਫੜ ਕੇ ਜੇਬਾਂ ਹੀ ਪਾ ਲੈਣੇ ਨੇ। ਕਿੰਨੇ ਸਾਲ ਤੁਸੀਂ ਇੱਕ ਜ਼ਲਾਲਤ ਦੇ ਉੱਥੇ ਕੱਟਣੇ ਨੇ, ਠੀਕ ਹੈ। ਕੈਦੋ ਬੰਦ, ਮਤਲਬ ਕੈਦੋ ਬੰਦ ਹੀ ਹੋ ਗਿਆ ਨਾ, ਬੰਦੀਆਂ ਲੱਗਦੀਆਂ ਨੇ ਮਾਂ ਸਾਹਿਬ। ਹੈ ਹੀ ਨਾ, ਇੱਧਰ ਨਹੀਂ ਜਾ ਸਕਦੇ, ਉੱਧਰ ਨਹੀਂ ਜਾ ਬੰਦੇ ਨੇ ਸਕਦੇ। ਜਿਨ੍ਹਾਂ ਦੇ ਪਿੱਛੇ ਵਾਲਦੈਨ ਫੌਤ ਹੋ ਗਏ, ਠੀਕ ਹੈ ਜੀ, ਇਹ 10-12-14 ਸਾਲ ਦੀ ਗੈਰ ਕਾਨੂੰਨੀ ਜ਼ਿੰਦਗੀ ਦੇ ਵਿੱਚ ਪਿੱਛੋਂ ਮਾਂ-ਬਾਪ ਫੌਤ ਹੋ ਗਏ ਨੇ, ਰਿਸ਼ਤੇਦਾਰ ਭੈਣਾਂ ਭਰਾ ਕਈਆਂ ਦੇ ਫੌਤ ਹੋ ਗਏ ਨੇ, ਕਈਆਂ ਦੇ ਬਿਮਾਰੀ 'ਚ ਨਹੀਂ ਪਹੁੰਚ ਸਕੇ, ਐਮਰਜੈਂਸੀ ਕੋਈ ਨਹੀਂ ਕਰ ਸਕੇ ਹੈਗੇ। ਤੇ ਮੈਂ ਨਾ ਯਾਰ ਉਸ ਪੈਸੇ ਨੂੰ ਤੁਸੀਂ ਚੁੱਲ੍ਹੇ ਦੇ ਵਿੱਚ ਪਾਣਾ ਹੈ ਕਿ ਜਿਹਨੂੰ ਖੱਟਣ ਵਾਸਤੇ ਤੁਸੀਂ ਆਪਣੇ ਮਾਂ-ਪਿਓ ਦਾ ਉਹ ਲਮਹਾ ਗਵਾ ਛੜਿਆ ਜਿਹਦੇ 'ਚ ਉਹ ਸਭ ਤੋਂ ਜ਼ਿਆਦਾ ਉਹਨਾਂ ਨੂੰ ਤੁਹਾਡੀ ਜ਼ਰੂਰਤ ਸੀ, ਠੀਕ ਹੈ ਜੀ। ਬਿਲਕੁਲ ਬਿਲਕੁਲ। ਤੇ ਬਹੁਤ ਸ਼ੁਕਰੀਆ ਮਾਂ ਸਾਹਿਬ, ਤੁਸੀਂ ਸਾਨੂੰ ਸਾਡੀ ਜਿਹੜੀ ਆਡੀਅנס ਹੈ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਤੇ ਕੀਤੀ ਹੈ। ਖਾਸ ਕਰ ਅਸੀਂ ਜਿਹੜੇ ਆਪਣੇ ਲੋਕ ਨੇ ਨਾ, ਸਾਡੀ ਬੈਲਟ ਵਾਲੇ ਲੋਕ, ਉਹਨਾਂ ਲਈ ਪੰਜਾਬੀ ਵਿੱਚ ਵੀਡੀਓ ਕੀਤੀ ਹੈ। ਮਾਸ ਡੋਗਾ ਸਾਹਿਬ ਨੇ ਪਹਿਲੇ ਵੀ ਉਂਝ ਵੀ ਪੰਜਾਬੀ ਵਿੱਚ ਕਰਦੇ ਸੀ, ਤੇ ਮੈਂ ਕਿਹਾ ਕਿ ਵੀ ਚਲੋ ਆਡੀਅנס ਵੀ ਸਾਡੀ ਉਹ ਹੀ ਹੈ, ਤੇ ਅਸੀਂ ਪੰਜਾਬੀ ਵਿੱਚ ਕਰਨੇ ਕਿ ਲੋਕਾਂ ਦੇ ਮਾਂ ਪਿਓ ਵੀ ਸੁਣਨ, ਬੱਚੇ ਵੀ ਸੁਣਨ ਕਿ ਯਾਰ ਇਹ ਤਰੀਕਾ ਨਹੀਂ ਹੈ। ਡੰਕੀ ਲਾ ਕੇ ਜਾਣਾ ਆਸਾਨ ਨਹੀਂ ਹੈ। ਉੱਥੇ ਅਗਰ ਤੁਸੀਂ ਪਹੁੰਚ ਵੀ ਜਾਂਦੇ ਹੋ ਤੇ ਤੁਹਾਡੀ ਜ਼ਿੰਦਗੀ ਆਸਾਨ ਨਹੀਂ ਹੈ। तो बहुत शुक्रिया मां साहब, तुसी बड़ी डिटेल नाल सानू समझाया, साडी ऑडियंस ਨੂੰ भी समझाया। तो नाजरीन, मुझे जी दी इजाजत, मिलते हैं अगली वीडियो में। अल्लाह हाफिज।